ਵਿਰਸਾ ਸਿੱਖ ਵਿਰਸਾ ਜਾਨ ਹੈ ਸਾਡੀ, ਇਸ ਨੂੰ ਸਾਰੇ ਪਿਆਰ ਕਰੋ। ਗੁਰੂਆਂ ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई नाहू ना जाने मेरा। आदि गुरु है ना मैं, जुगाद गुरु है ना मैं, ओ सतगुरु है ना मैं, श्री गुरुदेव ना मैं। FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਪ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 5 ਪੋ ਸੰਮਤ 553 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 19 ਦਸੰਬਰ 2021 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। जन की जानकी तूर देहो कृपा देहो देहो देहो
देहो कृपा निध जानकी तूर देहो कृपा निध जानकी जानकी तूर देहो कृपा निध जानकी तूर देहो कृपा निध देहो जानकी तूर देहो कृपा निध देहो कृपा निध देहो कृपा निध जानकी तूर देहो कृपा निध जानकी तूर देहो कृपा निध जानकी तूर जानकी तूर देहो 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 कृपा निध जानकी तूर देहो कृपा निध जानकी जानकी तूर देहो कृपा निध हो कृपा जानकी तूर देहो कृपा निध जानकी तूर देहो कृपा निध हो कृपा निध नानक ते सुख एही नानक ते सुख एही ठाकुर गाये आत्म रंग ठाकुर गाये आत्म रंग सरनी पावन नाम ते आवन सरनी पावन नाम ते आवन सहज समावन संग ठाकुर गाये ठाकुर गाये ठाकुर गाये आत्म रंग ठाकुर गाये आत्म रंग। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਚੌਥਾ। ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਹਰ ਸਿਮਰਹੁ ਅਗੰਮ ਅਪਾਰਾ। ਜਿਸ ਸਿਮਰਤ ਦੁਖ ਮਿਟੈ ਹਮਾਰਾ। ਹਰ ਹਰ ਸਤਿਗੁਰ ਪੁਰਖ ਮਿਲਾਵਹੁ। ਗੁਰ ਮਿਲਿਆ ਸੁਖ ਹੋਈ ਰਾਮ। ਹਰ ਹਰ ਸਿਮਰਹੁ ਅਗੰਮ ਅਪਾਰਾ। ਜਿਸ ਸਿਮਰਤ ਦੁਖ ਮਿਟੈ ਹਮਾਰਾ। ਹਰ ਹਰ ਸਤਿਗੁਰ ਪੁਰਖ ਮਿਲਾਵਹੁ। ਗੁਰ ਮਿਲਿਆ
ਸੁਖ ਹੋਈ ਰਾਮ। ਹਰ ਗੁਣ ਗਾਵਹੁ ਨੀਤ ਹਮਾਰੇ। ਹਰ ਹਰ ਨਾਮ ਰਖੋ ਉਰ ਤਾਰੇ। ਹਰ ਹਰ ਅੰਮ੍ਰਿਤ ਬਚਨ ਸੁਣਾਵਹੁ। ਗੁਰ ਮਿਲਿਆ ਪ੍ਰਗਟ ਹੋਈ ਰਾਮ। ਮਧੂਸੂਦਨ ਹਰ ਮਾਧੋ ਪ੍ਰਾਨਾ। ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ। ਹਰ ਹਰ ਦਇਆ ਕਰੋ ਗੁਰ ਮੇਲੋ। ਪੁਰਖ ਨਿਰੰਜਨ ਸੋਈ ਰਾਮ। ਹਰ ਹਰ ਨਾਮ ਸਦਾ ਸੁਖ ਦਾਤਾ। ਹਰ ਕੈ ਰੰਗ ਮੇਰਾ ਮਨ ਰਾਤਾ। ਹਰ ਹਰ ਮਹਾਂਪੁਰਖ ਗੁਰ ਮੇਲਹੁ। ਗੁਰ ਨਾਨਕ ਨਾਮ ਸੁਖ ਹੋਈ ਰਾਮ। ਹਰ ਹਰ ਨਾਮ ਸਦਾ ਸੁਖ ਦਾਤਾ। ਹਰ ਕੈ ਰੰਗ ਮੇਰਾ ਮਨ ਰਾਤਾ। ਹਰ ਹਰ ਮਹਾਂਪੁਰਖ ਗੁਰ ਮੇਲਹੁ। ਗੁਰ ਨਾਨਕ ਨਾਮ ਸੁਖ ਹੋਈ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਚੌਥਾ। ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਹਰ ਸਿਮਰਹੁ ਅਗਾਮ ਅਪਾਰਾ। ਜਿਸ ਸਿਮਰਤ ਦੁਖ ਮਿਟੈ ਹਮਾਰਾ। ਹਰ ਹਰ ਸਤਿਗੁਰ ਪੁਰਖ ਮਿਲਾਵਹੁ। ਗੁਰ ਮਿਲਿਆ ਸੁਖ ਹੋਈ ਰਾਮ। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕੀਤੀ ਹੈ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਸਾਨੂੰ ਦਰਬਾਰ ਸਾਹਿਬ ਵਿਖੇ ਅੱਜ ਸੁਬਹ ਬਖਸ਼ਿਸ਼ ਕੀਤਾ ਹੈ। ਆਓ ਇਸ ਦੀ ਪੰਜਾਬੀ ਵਿਆਖਿਆ ਵੱਲ ਚੱਲਦੇ ਹਾਂ, ਜਿਹੜੀ ਕਿ ਅਸੀਂ ਧੰਨਵਾਦ ਸਹਿਤ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਜੈਤ ਸ੍ਰੀ ਮਹੱਲਾ ਚੌਥਾ। ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੇ ਭਾਈ, ਉਸ ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਿਆ ਕਰੋ, ਜਿਸ ਨੂੰ ਸਿਮਰਿਆਂ ਅਸਾਂ ਜੀਵਾਂ ਦੇ ਹਰੇਕ ਦੁੱਖ ਦੂਰ ਹੋ ਸਕਦੇ ਨੇ। ਹੇ ਹਰੀ, ਹੇ ਪ੍ਰਭੂ, ਸਾਨੂੰ ਗੁਰੂ ਮਹਾਂਪੁਰਖ ਮਿਲਾ ਦੇ। ਜੇ ਗੁਰੂ ਮਿਲ ਪਏ ਤਾਂ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ। ਹੇ ਮੇਰੇ ਮਿੱਤਰੋ, ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰੋ। ਪਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਟਿਕਾਈ ਰੱਖੋ। ਪਰਮਾਤਮਾ ਦੀ ਸਿਫਤ ਸਲਾਹ ਦੇ ਆਤਮਿਕ ਜੀਵਨ ਦੇਣ ਵਾਲੇ ਬੋਲ ਮੈਨੂੰ ਵੀ ਸੁਣਾਇਆ ਕਰੋ। ਹੇ ਮਿੱਤਰੋ, ਗੁਰੂ ਦੀ ਸ਼ਰਨ ਪਏ ਰਹੋ। ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਹੇ ਦੂਤਾਂ ਦਾ ਨਾਸ ਕਰਨ ਵਾਲੇ,
ਹੇ ਮਾਇਆ ਦੇ ਪਤੀ, ਹੇ ਮੇਰੀ ਜਿੰਦ ਦੇ ਸਹਾਰੇ, ਮੇਰੇ ਮਨ ਵਿੱਚ, ਮੇਰੇ ਹਿਰਦੇ ਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਤੇਰਾ ਨਾਮ ਮਿੱਠਾ ਲੱਗ ਰਿਹਾ ਹੈ। ਹੇ ਹਰੀ, ਹੇ ਪ੍ਰਭੂ, ਮੇਰੇ ਉੱਤੇ ਮਿਹਰ ਕਰ, ਮੈਨੂੰ ਉਹ ਮਹਾਂਪੁਰਖ ਗੁਰੂ ਮਿਲਾ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ। ਹੇ ਭਾਈ, ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ। ਮੇਰਾ ਮਨ ਉਸ ਪਰਮਾਤਮਾ ਦੇ ਪਿਆਰ ਵਿੱਚ ਮਸਤ ਰਹਿੰਦਾ ਹੈ। ਸਤਿਗੁਰੂ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਫਰਮਾ ਰਹੇ ਨੇ, ਹੇ ਹਰੀ, ਮੈਨੂੰ ਗੁਰੂ ਮਹਾਂਪੁਰਖ ਮਿਲਾ। ਹੇ ਗੁਰੂ, ਤੇਰੀ ਬਖਸ਼ਿਸ਼ ਹਰੀ ਨਾਮ ਦੇ ਵਿੱਚ ਜੁੜਿਆ ਆਤਮਿਕ ਆਨੰਦ ਮਿਲਦਾ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਅੱਜ ਦਾ ਹੁਕਮਨਾਮਾ ਰਾਗ ਜੈਤ ਸਰੀ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 698 ਅੰਗ ਤੇ ਸੁਸ਼ੋਭਿਤ ਹੈ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਫਿਰ ਤਰ ਤਲੀ ਗਲੀ ਮੇਰੀਆ ਜਾਤਾ ਪ੍ਰੇਮ ਖਿਲਨ ਕਾ ਜਾਓ। ਫਿਰ ਤਰ ਤਲੀ ਗਲੀ ਮੇਰੀਆ, ਫਿਰ ਤਰ ਤਲੀ ਗਲੀ ਜਾਤਾ ਪ੍ਰੇਮ ਖਿਲਨ ਕਾ ਜਾਓ। ਫਿਰ ਤਰ ਤਲੀ ਗਲੀ ਮੇਰੀਆ, ਫਿਰ ਤਰ ਤਲੀ ਗਲੀ ਮੇਰੀਆ। ਮਰਤਾ ਮਰਤਾ ਜਗ ਮੁਆ, ਮਰ ਵੀ ਨਾ ਜਾਣਿਆ ਹੋਏ। ਐਸੇ ਮਰਨੇ ਜੋ ਮਰੇ, ਬਾਹਰ ਨਾ ਮਰਨਾ ਹੋਏ। ਬਾਹਰ ਨਾ ਮਰਨਾ ਹੋਏ, ਬਾਹਰ ਨਾ ਮਰਨਾ ਹੋਏ। ਜਾਤਾ ਪ੍ਰੇਮ ਖਿਲਨ ਕਾ ਜਾਓ। ਫਿਰ ਤਰ ਤਲੀ ਗਲੀ ਮੇਰੀਆ, ਫਿਰ ਤਰ ਤਲੀ ਗਲੀ ਮੇਰੀਆ। ਜਾਤਾ ਪ੍ਰੇਮ ਖਿਲਨ ਕਾ ਜਾਓ। ਫਿਰ ਤਰ ਤਲੀ ਗਲੀ ਮੇਰੀਆ, ਫਿਰ ਤਰ ਤਲੀ ਗਲੀ ਮੇਰੀਆ। ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ। ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ।
ਕਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਪੂਰਨ ਪਰਮਾਨੰਦ ਪੂਰਨ ਪਰਮਾਨੰਦ ਜਾਤਾ ਪ੍ਰੇਮ ਖਿਲਨ ਕਾ ਚਾਓ ਦਿਲ ਕਰ ਤਲੀ ਗਲੇ ਮੇਰੀ ਆਓ ਦਿਲ ਕਰ ਤਲੀ ਗਲੇ ਮੇਰੀ ਆਓ ਜਾਤਾ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਸਿਰ ਤਰ ਤਲੀ ਗਲੀ ਮੇਰੀ ਆਓ ਇਸ ਮਾਰ ਸਿਰ ਜੀਜੈ ਕਾਨ ਲਗੀ ਜੈ ਇਸ ਮਾਰਗ ਪੈਰ ਧਰੀ ਜੈ ਸਿਰ ਜੀਜੈ ਕਾਨ ਲਗੀ ਜੈ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨ ਕਾ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨ ਕਾ ਖੇਤ ਜਮਾਂਡ ਸੂਰਮਾ ਅਬ ਜੂਜਨ ਕੋਦਾ ਅਬ ਜੂਜਨ ਕੋਦਾ ਅਬ ਜੂਜਨ ਕੋਦਾ ਜਾਤਾ ਪ੍ਰੇਮ ਖਿਲਨ ਕਾ ਚਾਓ ਸਿਰ ਪਰ ਤਲੀ ਗਲੀ ਮੇਰੀ ਆਓ ਸਿਰ ਪਰ ਤਲੀ ਗਲੀ ਮੇਰੀ ਆਓ ਜਾਤਾ ਪ੍ਰੇਮ ਖਿਲਨ ਕਾ ਚਾਓ ਸਿਰ ਪਰ ਤਲੀ ਗਲੀ ਮੇਰੀ ਆਓ ਸਿਰ ਪਰ ਤਲੀ ਗਲੀ ਮੇਰੀ ਆਓ ਸੂਰਾ ਸੋ ਪਛਾਨੀਏ ਦੁਲਰੇ ਦੀਨ ਕੇਤ ਸੂਰਾ ਸੋ ਪਛਾਨੀਏ ਦੁਲਰੇ ਦੀਨ ਕੇ
मरे कबहू न साडे खेत हित मार्ग पैर धरी दे फिर दीजे कान लगी दे फिर दीजे कान लगी दे फिर दीजे कान लगी दे जाता प्रेम किलन का जाओ सिर पर तली गली मेरी आओ सिर पर तली गली मेरी आओ जाता प्रेम किलन का जाओ सिर पर तली गली मेरी ਆਓ ਹੁਣ ਚੱਲਦੇ ਹਾਂ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਜੈਤ ਸ੍ਰੀ ਫੋਰਥ ਮਹਿਲ ਸੈਕੰਡ ਹਾਊਸ, One universal creator God. By the grace of the true Guru, remember in meditation the Lord Har Har, the unfathomable, infinite Lord. Remembering Him in meditation, pains are dispelled. O Lord Har Har, lead me to meet the true Guru. Meeting the Guru, I am at peace. Sing the glorious praises of the Lord, O my friend. Cherish the name of the Lord Har Har in your heart. Read the ambrosial words of Lord Har Har. Meeting with the Guru, the Lord is revealed. The Lord, the slayer of demons, is my breath of life. His ambrosial amrit is so sweet to my mind and body. O Lord Har Har, have mercy upon me and lead me to meet the Guru, the immaculate primal being. The name of the Lord Har Har is forever the giver of peace. My mind is imbued with the Lord's love. O Lord Har Har, lead me to meet the Guru, the greatest being. Through the name of Guru Nanak, I have found peace. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ। ਸਤਿਗੁਰ ਆਗੇ ਸੀਸ ਭੇਟ ਦੇਉ, ਸਤਿਗੁਰ ਆਗੇ ਸੀਸ ਭੇਟ ਦੇਉ, ਸਤਿਗੁਰ ਆਗੇ ਸੀਸ ਭੇਟ ਦੇਉ। ਜੇ ਸਤਿਗੁਰ ਸਾਚੇ ਪਾਵੈ, ਜੇ ਸਤਿਗੁਰ ਸਾਚੇ ਪਾਵੈ, ਸਤਿਗੁਰ ਆਗੇ ਸੀਸ ਭੇਟ ਦੇਉ, ਸਤਿਗੁਰ ਆਗੇ ਸੀਸ ਭੇਟ ਦੇਉ। ਜੇ ਸਤਿਗੁਰ ਸਾਚੇ ਪਾਵੈ,
ਜੇ ਸਤਿਗੁਰ ਸਾਚੇ ਪਾਵੈ ਸਤਿਗੁਰ ਆਗੇ ਸੀਸ ਭੇਟ ਦੇਉ ਸਤਿਗੁਰ ਆਗੇ ਸੀਸ ਭੇਟ ਦੇਉ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਏ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਏ ਸਤਿਗੁਰ ਆਗੇ ਸੀਸ ਭੇਟ ਦੇਉ ਸਤਿਗੁਰ ਆਗੇ ਸੀਸ ਭੇਟ ਦੇਉ ਜੇ ਸਤਿਗੁਰ ਸਾਚੇ ਪਾਵੈ ਜੇ ਸਤਿਗੁਰ ਸਾਚੇ ਪਾਵੈ ਸਤਿਗੁਰ ਆਗੇ ਸੀਸ ਭੇਟ ਦੇਉ ਸਤਿਗੁਰ ਆਗੇ ਸੀਸ ਭੇਟ ਦੇਉ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆਰਾ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆਰਾ ज्योति ज्योत मिलाए काया गढ़ सोहरा ज्योति ज्योत मिलाए काया गढ़ सोहरा सतगुर आगे सीस भेट देउ सतगुर आगे सीस भेट देउ जे सतगुर साचे पावै जे सतगुर साचे पावै सतगुर आगे सीस भेट देउ सतगुर आगे सीस भेट देउ ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ ਕਿਉ ਸਾਸ ਗਿਰਾਸ ਵਿਸਾਰੀ ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ ਕਿਉ ਸਾਸ ਗਿਰਾਸ ਵਿਸਾਰੀ
ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹਉ ਸਤਿਗੁਰ ਕੈ ਬਲਹਾਰੀਐ। ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹਉ ਸਤਿਗੁਰ ਕੈ ਬਲਹਾਰੀਐ। ਸਤਿਗੁਰ ਆਗੇ ਸੀਸ ਭੇਟ ਦੇ, ਸਤਿਗੁਰ ਆਗੇ ਸੀਸ ਭੇਟ ਦੇਉ। ਜੇ ਸਤਿਗੁਰੂ ਸਾਚੇ ਪਾਵੈ, ਜੇ ਸਤਿਗੁਰੂ ਸਾਚੇ ਪਾਵੈ, ਸਤਿਗੁਰ ਆਗੇ ਸੀਸ ਭੇਟ ਦੇਉ। ਸਤਿਗੁਰ ਆਗੇ ਸੀਸ ਭੇਟ ਦੇਉ। ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਗ ਸਮਾਏ। ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਗ ਸਮਾਵੇ। ਸਤਿਗੁਰ ਆਗੇ ਸੀਸ ਭੇਟ ਦੇਉ। ਸਤਿਗੁਰ ਆਗੇ ਸੀਸ ਭੇਟ ਦੇਉ। ਜੇ ਸਤਿਗੁਰ ਸਾਚੇ ਪਾਵੈ, ਜੇ ਸਤਿਗੁਰੂ ਸਾਚੇ ਪਾਵੈ, ਸਤਿਗੁਰ ਆਗੇ ਸੀਸ ਭੇਟ ਦੇਉ। ਸਤਿਗੁਰ ਆਗੇ ਸੀਸ ਭੇਟ ਦੇਉ। ਸੀਸ ਭੇਟ ਦੇਉ, ਸੀਸ ਭੇਟ ਦੇਉ ਜੀ। ਸੀਸ ਭੇਟ ਦੇਉ, ਸੀਸ ਭੇਟ ਦੇਉ। 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 ਸਤਿਗੁਰ ਆਗੇ ਸੀਸ ਭੇਟ ਦੇਉ। ਸਤਿਗੁਰ ਆਗੇ ਸੀਸ ਭੇਟ ਦੇਉ। ਸੀਸ ਭੇਟ ਦੇਉ, ਸੀਸ ਭੇਟ ਦੇਉ। ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਨ ਕੀਤਾ ਹੈ। ਤੇ ਆਓ ਇੱਕ ਹੋਰ ਸ਼ਬਦ ਸਰਵਨ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾਂ ਵਾਲਿਆਂ ਨੇ। ਔਖੀ ਘੜੀ ਨ ਦੇਖਣ ਦੇ, ਆਪਣਾ ਬਿਰਦ ਸੰਭਾਲੇ, ਆਪਣਾ ਬਿਰਦ ਸੰਭਾਲੇ। ਔਖੀ ਘੜੀ ਨ ਦੇਖਣ ਦੇ, ਆਪਣਾ ਬਿਰਦ ਸੰਭਾਲੇ।
ਆਪਣਾ ਬਿਰਦ ਸਮਾਲੇ। हाथ दे रखे अपने को, हाथ दे रखे अपने को, सास सास प्रतिपाले। सास सास प्रतिपाले, औखी घड़ी न देखण दे अपना बिरद संभाले। अपना बिरद संभाले, औखी घड़ी न देखण दे अपना बिरद संभाले। अपना बिरद संभाले। प्रभ स्यों लाग रहो मेरा चित, प्रभ स्यों लाग रहो मेरा चित। आद अंत प्रभ सदा सहाय। आद अंत प्रभ सदा सहाय। धन हमारा मीत, धन हमारा मीत। औखी घड़ी न देखण दे अपना बिरद संभाले। अपना बिरद संभाले, औखी घड़ी न देखण दे अपना बिरद संभाले। अपना बिरद संभाले। मन बिलास भय साहिब के, मन बिलास भय साहिब के। अचरज देख बढ़ाई, अचरज देख बढ़ाई। हर सिमर सिमर आनंद कर नानक, हर सिमर सिमर आनंद कर नानक। प्रभ पूरन पैज रखाई, प्रभ पूरन पैज रखाई। औखी घड़ी न देखण दे अपना बिरद संभाले। अपना बिरद संभाले, औखी घड़ी न देखण दे अपना बिरद संभाले। अपना बिरद संभाले, हाथ दे रखे अपने को, हाथ दे
राखै अपने को सास सास प्रतिपाले। सास सास प्रतिपाले औखी घड़ी न देखण दे अपना बिरद संभाले। अपना बिरद संभाले औखी घड़ी न देखण दे अपना बिरद संभाले। अपना बिरद संभाले। अपना बिरद संभाले। ਹਾਂਜੀ, ਇਹ ਸਨ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾਂ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ 97.3 FM ਤੇ। ਆਪ ਜੀ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਤੇ ਕੋਹਿਨੂਰ ਰੇਡੀਓ ਤੋਂ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਲੜੀ ਸ਼ੁਰੂ ਕੀਤੀ ਹੈ ਸਿੱਖ ਸਿਧਾਂਤ, ਬਾਬਾ ਇਕਬਾਲ ਸਿੰਘ ਜੀ ਗੁਰਦੁਆਰਾ ਬੜੂ ਸਾਹਿਬ ਵਾਲੇ, ਉਹਨਾਂ ਦੇ ਲਿਖੇ ਸ਼ਬਦ ਆਪ ਜੀ ਦੇ ਨਾਲ ਸਾਂਝੇ ਕਰਦੇ ਆ ਰਹੇ ਨੇ ਪਿਛਲੇ ਕੁਝ ਹਫ਼ਤਿਆਂ ਤੋਂ। ਉਸੇ ਹੀ ਲੜੀ ਨੂੰ ਅੱਗੇ ਵਧਾਵਾਂਗੇ ਤੇ ਅੱਜ ਦਾ ਲੇਖ ਹੈ ਸਿੱਖ ਧਰਮ ਦੀ ਵਿਲੱਖਣਤਾ। ਸਿੱਖ ਧਰਮ ਇੱਕ ਐਸਾ ਧਰਮ ਹੈ ਜਿਹੜਾ ਸਭ ਦਾ ਸਤਿਕਾਰ ਕਰਦਾ ਹੈ, ਸਾਰਿਆਂ ਨੂੰ ਮਾਨਤਾ ਦਿੰਦਾ ਹੈ ਕਿ ਉਹ ਵੀ ਵੱਖਰੇ ਵੱਖਰੇ ਉਸ ਪਰਮਾਤਮਾ ਤੱਕ ਪਹੁੰਚਣ ਦੇ ਰਾਹ ਨੇ। ਅੱਜ ਦਾ ਜਿਹੜਾ ਲੇਖ ਹੈ ਅਸੀਂ ਉਹਦੇ ਵਿੱਚ ਸਿੱਖ ਧਰਮ ਦੀ ਵਿਲੱਖਣਤਾ, ਸਿੱਖ ਧਰਮ ਕਿਵੇਂ ਹਰ ਇੱਕ ਨੂੰ ਬਰਾਬਰਤਾ ਦਿੰਦਾ ਹੈ, ਉਹਨਾਂ ਨੂੰ ਦੱਸਦਾ ਹੈ ਕਿ ਆਪਣੇ ਧਰਮ ਦੇ ਵਿੱਚ ਹੀ ਪੱਕੇ ਰਹੋ, ਨਾ ਕਿ ਇਹ ਕਹਿੰਦਾ ਹੈ ਕਿ ਤੁਸੀਂ ਆਪਣਾ ਧਰਮ ਛੱਡੋ ਤੇ ਸਿੱਖ ਬਣੋ। ਤੇ ਇਹ ਜਿਹੜੀਆਂ ਵਿਚਾਰਾਂ ਨੇ ਅਸੀਂ ਅਗਲੇ ਸ਼ਬਦ ਦੇ ਬਾਅਦ ਜਿਹੜਾ ਹੈ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਅਗਲਾ ਸ਼ਬਦ ਅਸੀਂ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਜੀ ਨੇ। सब जग फिरे राम न पाया जाए। राम राम करता सब जग फिरे राम न पाया जाए। अगम गोचर अत वडा अतुल न तोलिया जाए। अगम अगोचर अत वडा अतुल न तोलिया जाए। राम राम करता सब जग फिरे राम न पाया जाए। राम राम करता सब जग फिरे राम न पाया जाए।
सब जग फिरे राम न पाया जाए राम राम करता सब जग फिरे राम न पाया जाए अगम अगोचर अतुवड़ा अतुल न तोलिया जाए अगम अगोचर अतुवड़ा अतुल न तोलिया जाए राम राम करता सब जग फिरे राम न पाया जाए राम राम करता सब जग फिरे राम न पाया जाए गुर के शब्द पे दिया इन विद्वों से मन आए गुर के शब्द पे दिया इन विद्वों से मन आए राम राम करता सब जग फिरे राम न पाया जाए राम राम करता सब जग फिरे राम न पाया जाए अगम अगोचर अतुवड़ा अतुल न तोलिया जाए अगम अगोचर अतुवड़ा अतुल न तोलिया जाए राम राम करता सब जग फिरे राम न पाया जाए राम राम करता सब जग फिरे राम न पाया जाए नानक आप अमेओ है गुर कृपा तेरे आसमाए नानक आप अमेओ है गुर कृपा तेरे आसमाए राम राम करता सब जग फिरे राम न पाया जाए राम राम करता सब जग फिरे राम न पाया जाए अगम अगोचर अतुवड़ा अतुल न तोलिया जाए अगम अगोचर अतुवड़ा अतुल न तोलिया जाए राम राम करता सब जग फिरे राम न पाया जाए राम राम करता सब जग फिरे
97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ। ਅਗਰ ਆਪ ਜੀ ਨੇ ਹੁਣੇ-ਹੁਣੇ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਹੈ ਤੇ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਆਓ ਜਿਹੜਾ ਲੇਖ ਹੈ ਅੱਜ ਦਾ ਉਹ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ। ਇਹ ਅਸੀਂ ਲੇਖ ਲਿਆ ਹੈ ਸਿੱਖ ਸਿਧਾਂਤ ਕਿਤਾਬ ਦੇ ਵਿੱਚੋਂ, ਸਿੱਖ ਧਰਮ ਦੀ ਵਿਲੱਖਣਤਾ। ਬਾਬਾ ਇਕਬਾਲ ਸਿੰਘ ਜੀ ਗੁਰਦੁਆਰਾ ਬੜੂ ਸਾਹਿਬ ਵਾਲੇ ਲਿਖਦੇ ਨੇ ਕਿ ਸਿੱਖ ਧਰਮ ਬੜਾ ਹੀ ਸਿੱਧਾ ਸਾਦਾ ਅਮਲੀ, ਜਿਹਨੂੰ ਕਿ ਪ੍ਰੈਕਟੀਕਲ ਅਸੀਂ ਕਹਿੰਦੇ ਹਾਂ, ਅਮਲੀ ਤੌਰ ਤੇ ਪ੍ਰਭੂ ਪ੍ਰਾਪਤੀ ਦਾ ਧਾਰਮਿਕ ਰਸਤਾ ਹੈ, ਜਿਸ ਦੇ ਵਿੱਚ ਜ਼ੋਰ ਜ਼ਬਰਦਸਤੀ, ਕਰਮਕਾਂਡ, ਪਖੰਡ ਤੇ ਵਹਿਮ ਭਰਮ ਦੇ ਵਿੱਚ ਪੈਣ ਦੀ ਲੋੜ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸਾਰੇ ਹੀ ਗੁਰੂ ਸਾਹਿਬਾਨ ਨੇ ਕੇਵਲ ਇਲਾਹੀ ਭਾਈਚਾਰੇ ਦਾ ਹੀ ਉਪਦੇਸ਼ ਦਿੱਤਾ ਅਤੇ ਜਾਤ-ਪਾਤ, ਅਮੀਰੀ ਗਰੀਬੀ ਵਰਗੇ ਦਵੈਤ ਭਾਵ ਦਾ ਖੰਡਨ ਕੀਤਾ। ਪ੍ਰਭੂ ਮਿਲਾਪ ਲਈ ਆਪ ਨੇ ਉਪਦੇਸ਼ ਦੇ ਵਿੱਚ ਇਲਾਹੀ ਗਰੀਬੀ, ਅਕਾਲ ਪੁਰਖ ਦੀ ਹਜ਼ੂਰੀ ਤੇ ਪ੍ਰਭੂ ਪ੍ਰੇਮ ਨੂੰ ਹਿਰਦੇ ਵਿੱਚ ਵਸਾ ਕੇ ਹਉਮੈ ਨੂੰ ਉੱਕਾ ਹੀ ਮਾਰ ਦੇਣ ਦੀ ਜੁਗਤੀ, ਜੋ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਕਲਯੁਗ ਦੇ ਭਿਆਨਕ ਤ੍ਰਿਸ਼ਨਾ ਦੀ ਅਗਨ ਦੇ ਵਿੱਚ ਦੱਜੇ ਹੋਏ ਸਮੇਂ ਦੇ ਵਿੱਚ ਪ੍ਰਗਟ ਕੀਤੀ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਹਉਮੈ ਨੂੰ ਮਿਟਾ ਕੇ ਹੀ ਮਨੁੱਖ ਅਕਾਲ ਪੁਰਖ ਦੇ ਵਿੱਚ ਲੀਨ ਹੋ ਸਕਦਾ ਹੈ। ਹਉਮੈ ਤੋਂ ਭਾਵ ਹੈ ਵੀ ਮੈਂ ਹਾਂ ਹਉਮੈ। ਸੋ ਸਾਰੇ ਦੇ ਸਾਰੇ ਝਗੜੇ ਜਿਹੜੇ ਨੇ ਉਹ ਹਉਮੈ ਦੇ ਹੀ ਨੇ। ਅੱਜ ਤੱਕ ਸਿੱਖ ਧਰਮ ਦੇ ਪ੍ਰਚਾਰ ਤੇ ਪਸਾਰ ਦੇ ਮੁੱਖ ਸਾਧਨ ਗੁਰਉਪਦੇਸ਼ ਤੇ ਗੁਰਸਿੱਖਾਂ ਦਾ ਜੀਵਨ ਹੀ ਰਿਹਾ ਹੈ। ਸਿੱਖ ਧਰਮ ਦੇ ਪ੍ਰਚਾਰ ਲਈ ਨਾ ਕਦੇ ਜ਼ੋਰ ਜ਼ਬਰਦਸਤੀ ਧਰਮ ਪਰਿਵਰਤਨ ਹੋਇਆ ਹੈ ਤੇ ਨਾ ਹੀ ਕਦੇ ਕੀਤਾ ਜਾਂਦਾ ਹੈ। ਇਸ ਤਰ੍ਹਾਂ ਜ਼ੋਰ ਜ਼ਬਰਦਸਤੀ ਕਰਨਾ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਠੀਕ ਨਹੀਂ ਹੈ। ਜੇ ਪਿਛੋਕੜ ਵੱਲ ਨਜ਼ਰ ਮਾਰੀਏ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਤੇ ਇਹਨਾਂ ਤੋਂ ਅੱਗੇ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਵੀ ਕਦੇ ਕਿਸੇ ਨੂੰ ਸਿੱਖ ਬਣਨ ਲਈ ਕੋਈ ਦੁਨਿਆਵੀ ਪਦਾਰਥਾਂ ਦਾ ਲਾਲਚ, ਡਰ, ਭੈ ਜਾਂ ਜ਼ੋਰ ਜ਼ਬਰ ਨਹੀਂ ਕੀਤਾ ਗਿਆ, ਬਲਕਿ ਹਿੰਦੂ ਤੇ ਮੁਸਲਮਾਨ ਆਪਣੇ ਆਪਣੇ ਧਰਮਾਂ ਨੂੰ ਨਿਭਾਉਂਦੇ ਹੋਏ ਗੁਰੂ ਸਾਹਿਬਾਨ ਦੇ ਉਪਦੇਸ਼ ਕਮਾ ਕੇ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਅਧਿਆਤਮਕ ਮਾਰਗ ਦੇ ਪਾਂਧੀ ਬਣੇ। ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਹਮੇਸ਼ਾ ਅਧਿਆਤਮਕ ਮਾਰਗ ਤੇ ਚੱਲਣ ਵਾਸਤੇ ਸਾਂਝੀ ਬਾਲਤਾ ਤੇ ਆਪਸੀ ਭਾਈਚਾਰੇ ਦਾ ਉਪਦੇਸ਼ ਦਿੱਤਾ ਕਿ ਕਿਰਤ ਕਰੋ, ਵੰਡ ਕੇ ਛਕੋ ਤੇ ਨਾਮ ਜਪੋ। ਕਿਸੇ ਵੀ ਧਰਮ ਦਾ ਵਿਅਕਤੀ ਇਮਾਨਦਾਰੀ ਦੇ ਨਾਲ ਇਸ ਰਸਤੇ ਤੇ ਚੱਲ ਕੇ ਪ੍ਰਭੂ ਦੇ ਦਰ ਤੇ ਪਹੁੰਚ ਸਕਦਾ ਹੈ ਤੇ ਬਿਨਾਂ ਕਿਸੇ ਦਵੈਤ ਭਾਵਨਾ, ਮਜ਼ਹਬ, ਜਾਤ-ਪਾਤ ਦੇ ਵਿਤਕਰੇ ਦੇ ਮਾਨਵਤਾ ਦੀ ਸੇਵਾ ਕਰ ਸਕਦਾ ਹੈ। ਇੱਕ ਪਾਸੇ ਜਿੱਥੇ ਗੁਰੂ ਸਾਹਿਬ ਨੇ ਹਿੰਦੂ, ਬ੍ਰਾਹਮਣਾਂ, ਜੋਗੀਆਂ, ਸੰਨਿਆਸੀਆਂ ਤੇ ਹੋਰ ਉੱਚੇ ਪੁਰਸ਼ਾਂ ਨੂੰ ਉਹਨਾਂ ਦੇ ਧਰਮ ਤੇ ਚੱਲਦੇ ਹੋਏ ਇਲਾਹੀ ਗੁਣ ਗ੍ਰਹਿਣ ਕਰਨ ਦਾ ਉਪਦੇਸ਼ ਦਿੱਤਾ, ਦੂਜੇ ਪਾਸੇ ਮੌਲਾਣਿਆਂ ਤੇ ਕਾਜ਼ੀਆਂ ਨੂੰ ਵੀ ਉਪਦੇਸ਼ ਦਿੱਤਾ ਕਿ ਉਹ ਚੰਗੇ ਮੁਸਲਮਾਨ ਤਦ ਹੀ ਬਣ ਸਕਦੇ ਨੇ ਜੇ ਉਹ ਅੱਲਾਹ ਤਾਲਾ ਦੇ ਦੱਸੇ ਹੋਏ ਨਿਯਮ ਅਤੇ ਗੁਣ ਅਧਿਆਤਮਕ ਮਾਰਗ ਉੱਤੇ ਚੱਲਣ ਲਈ ਅਪਣਾਉਣ। ਗੁਰੂ ਸਾਹਿਬ ਨੇ ਦੱਸਿਆ ਕਿ ਅਕਾਲ ਪੁਰਖ ਨੂੰ ਮਿਲਣ ਦਾ ਧਰਮ ਤਾਂ ਇੱਕ ਹੀ ਹੈ। ਇਨਸਾਨ ਆਪਣੇ ਕਰਮਾਂ ਕਰਕੇ ਚੰਗਾ ਜਾਂ ਮਾੜਾ ਹੁੰਦਾ ਹੈ। ਮੱਕੇ ਵਿਖੇ ਜਦੋਂ ਕਾਜ਼ੀਆਂ ਤੇ ਮੌਲਾਣਿਆਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਨੋਈ, ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਵਾਬ ਦਿੱਤਾ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਵਾਹ! ਇਹ ਹੈ ਬਾਰ ਦੇ ਵਿੱਚ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਪੌੜੀ 33ਵੀਂ ਦੇ ਵਿੱਚ। ਤੇ ਆਓ ਸ਼ਬਦ ਕੀਰਤਨ ਦੇ ਰੂਪ ਦੇ ਵਿੱਚ ਇਹੀ ਸ਼ਬਦ ਜਿਹੜਾ ਹੈ ਉਹ ਸਰਵਨ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ। ਬਾਬਾ ਆਖੇ ਹਾਜੀਆਂ, ਬਾਬਾ ਆਖੇ ਹਾਜੀਆਂ, ਸ਼ੁਭ
ਅਮਲਾ ਬਾਜੂ ਦੋਨੋਂ ਰੋਈ ਬਾਬਾ ਕੇ ਹਾਜੀਆਂ ਬਾਬਾ ਕੇ ਹਾਜੀਆਂ ਸ਼ੁਭ ਅਮਲਾ ਬਾਜੂ ਦੋਨੋਂ ਰੋਈ ਬਾਬਾ ਕੇ ਹਾਜੀਆਂ ਬਾਬਾ ਕੇ ਹਾਜੀਆਂ ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਲੱਖ ਨ ਸਕੈ ਕੁਦਰਤ ਕੋਈ ਵੱਡਾ ਸੰਗ ਵਰਤਾਇਆ ਲੱਖ ਨ ਸਕੈ ਕੁਦਰਤ ਕੋਈ ਸ਼ੁਭ ਅਮਲਾ ਬਾਜੂ ਦੋਨੋਂ ਰੋਈ ਬਾਬਾ ਕੇ ਹਾਜੀਆਂ ਬਾਬਾ ਕੇ ਹਾਜੀਆਂ ਸ਼ੁਭ ਅਮਲਾ ਬਾਜੂ ਦੋਨੋਂ ਰੋਈ ਬਾਬਾ ਕੇ ਹਾਜੀਆਂ ਬਾਬਾ ਕੇ ਹਾਜੀਆਂ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨੋਈ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨੋਈ ਸ਼ੁਭ ਅਮਲਾ ਬਾਜੂ ਦੋਨੋਂ ਰੋਈ ਬਾਬਾ ਕੇ ਹਾਜੀਆਂ ਬਾਬਾ ਕੇ ਹਾਜੀਆਂ ਸ਼ੁਭ ਅਮਲਾ ਬਾਜੂ ਦੋਨੋਂ ਰੋਈ ਬਾਬਾ ਕੇ ਹਾਜੀਆਂ ਬਾਬਾ ਕੇ ਹਾਜੀਆਂ ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਢੋਈ ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ
अमला बाजू दोनों रोई बाबा के हाजियां बाबा के हाजियां शुभ अमला बाजू दोनों रोई बाबा के हाजियां बाबा के हाजियां ਕੱਚਾ ਰੰਗ ਕੁਸੁੰਭ ਦਾ ਪਾਣੀ ਤੋਤੇ ਫਿਰ ਨਾ ਰੋਈ ਕੱਚਾ ਰੰਗ ਕੁਸੁੰਭ ਦਾ ਪਾਣੀ ਤੋਤੇ ਫਿਰ ਨਾ ਰੋਈ ਕਰਨ ਵਕੀਲੀ ਆਪ ਵਿੱਚ ਰਾਹ ਰਹੀਮ ਇੱਕ ਥਾਂ ਖਲੋਈ ਕਰਨ ਵਕੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ ਰਾਹ ਸ਼ੈਤਾਨੀ ਦੁਨੀਆ ਗੋਈ ਬਾਬਾ ਕੇ ਹਾਜੀਆਂ ਬਾਬਾ ਕੇ ਹਾਜੀਆਂ ਸ਼ੁਭ ਅਮਲਾ ਬਾਜੂ ਦੋਨੋਂ ਰੋਈ ਬਾਬਾ ਕੇ ਹਾਜੀਆਂ बाबा के हाजियां शुभ अमला बाजू दोनों रोई बाबा के हाजियां बाबा के हाजियां बाबा के सर्ब सुखां का दाता सतगुर सर्ब सुखां का दाता सतगुर ताकी शरणी पाइए ताकी शरणी पाइए सर्ब सुखां का दाता सतगुर सर्ब सुखां का दाता सतगुर ताकी शरणी पाइए ताकी शरणी पाइए सर्ब सुखां का दाता सतगुर सर्ब सुखां का दाता सतगुर दर्शन पेटत होते आनंदा दुख गया हर गाया
दर्शन पेटत होत आनंदा दुख गया हर गाइया दर्शन पेटत होत आनंदा दर्शन पेटत होत आनंदा दुख गया हर गाइया सर्ब सुखा का दाता सतगुर सर्ब सुखा का दाता सतगुर ताकी शरणी पाइए ताकी शरणी पाइए सर्व सुखा का दाता सतगुर सर्व सुखा का दाता सतगुर हरि रस पीवो पाई हरि रस पीवो पाई हरि रस पीवो पाई हरि रस पीवो पाई नाम जपो नामो आराधो गुरपुरे की शरणाई नाम जपो नामो आराधो गुरपुरे की शरणाई नाम जपो नामो आराधो नाम जपो नामो आराधो गुरपुरे की शरणाई सर्व सुखा का दाता सतगुर सर्व सुखा का दाता सतगुर ताकी शरणी पाइए ताकी शरणी पाइए सर्व सुखा का दाता सतगुर सर्व सुखा का दाता सतगुर इस प्राप्त जिस तुर लिखया सोई पूरन पाई इस प्राप्त जिस तुर लिखया सोई पूरन पाई नानक की बेनंती प्रभु जी नाम रहा लिवलाई नानक की बेनंती प्रभु जी नाम रहा लिवलाई नानक की बेनंती प्रभु जी नानक की बेनंती प्रभु जी नाम रहा लिवलाई सर्व सुखा का दाता सतगुर सर्व सुखा का दाता सतगुर ताकी शरणी पाइए ताकी शरणी पाइए सर्व सुखा
ਹਾਂਜੀ, ਇਹ ਸਨ ਭਾਈ ਹਰਨਾਮ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ ਹੁਣ ਜਿਹੜਾ ਅਸੀਂ ਲੇਖ ਸ਼ੁਰੂ ਕੀਤਾ ਸੀਗਾ ਉਸ ਨੂੰ ਅੱਗੇ ਵਧਾਉਂਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਹਿੰਦੂ ਵੱਡਾ ਹੈ ਜਾਂ ਮੁਸਲਮਾਨ, ਜਦੋਂ ਉਹ ਮੱਕੇ ਵਿਖੇ ਜਾਂਦੇ ਨੇ। ਤੇ ਉਹਦਾ ਜਵਾਬ ਸਤਿਗੁਰੂ ਜੀ ਦਿੰਦੇ ਨੇ ਕਿ ਜਿਹੜੇ ਅਮਲ ਨੇ, ਜਿਹੜੇ ਅਸੀਂ ਕਰਮ ਕਰਦੇ ਹਾਂ, ਉਹਨਾਂ ਤੇ ਇਹ ਡਿਪੈਂਡ ਕਰਦਾ ਹੈ। ਸ਼ੁਭ ਅਮਲਾਂ ਦੇ ਵਾਧੋਂ ਦੋਨਾਂ ਨੂੰ ਹੀ ਰੋਣਾ ਪੈਂਦਾ ਹੈ, ਭਾਵ ਕਿ ਉਹਨਾਂ ਦੋਨਾਂ ਦੀ ਗੱਲ ਤਾਂ ਸਤਿਗੁਰੂ ਜੀ ਉਸ ਸਮੇਂ ਕਰ ਰਹੇ ਨੇ, ਇਹਦੇ ਵਿੱਚ ਅਸੀਂ ਸਾਰੇ ਆ ਜਾਂਦੇ ਹਾਂ, ਕਿਉਂਕਿ ਉਹਨਾਂ ਨੂੰ ਕੁਐਸਚਨ ਦੋਨਾਂ ਬਾਰੇ ਪੁੱਛਿਆ ਗਿਆ ਸੀ, ਪਰ ਉਸ ਦਾ ਜਵਾਬ ਸਾਰਿਆਂ ਦੇ ਉੱਤੇ ਲਾਗੂ ਹੁੰਦਾ ਹੈ ਕਿ ਜੇ ਅਮਲ ਸਾਡੇ ਮਾੜੇ ਨੇ ਤੇ ਅਸੀਂ ਫਿਰ ਰੋਵਾਂਗੇ ਹੀ। ਤੇ ਵੱਡਾ ਉਹੀ ਹੈ ਜੋ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਤੇ ਉਹਦੇ ਰਾਸਤੇ ਦੇ ਉੱਤੇ ਚੱਲਦਾ ਹੈ। ਗੁਰੂ ਮਹਾਰਾਜ ਦਾ ਇਸ ਇਲਾਹੀ ਉਪਦੇਸ਼ ਦਾ ਇੰਨਾ ਪ੍ਰਭਾਵਸ਼ਾਲੀ ਹੁੰਦਾ ਸੀਗਾ ਕਿ ਕੋਡੇ ਵਰਗੇ ਰਾਖਸ਼, ਜਾਦੂਗਰਨੀ ਨੂਰ ਸ਼ਾਹ, ਸੱਜਣ ਠੱਗ ਵਰਗੇ ਵੱਡੇ ਵੱਡੇ ਆਪਣਾ ਸੁਭਾਅ ਬਦਲ ਕੇ ਅਕਾਲ ਪੁਰਖ ਦੇ ਰਸਤੇ ਤੇ ਤੁਰ ਪੈਂਦੇ। ਭਾਈ ਜੋਧ ਸਿੰਘ, ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਿੱਖ ਸਨ ਅਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰਬਾਣੀ ਪਾਠ ਕਰਦੇ ਸਨ, ਉਹਨਾਂ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਵੈਸ਼ਨਵ ਦੇਵੀ ਦੇ ਉਪਾਸ਼ਕ ਭਾਈ ਲਹਿਣਾ ਜੀ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸਿੱਖੀ ਕਮਾ ਕੇ ਅਜਿਹੀ ਅਵਸਥਾ ਤੇ ਪਹੁੰਚ ਗਏ ਕਿ ਦੂਜੇ ਗੁਰੂ ਨਾਨਕ ਭਾਵ ਗੁਰੂ ਅੰਗਦ ਦੇਵ ਜੀ ਮਹਾਰਾਜ ਬਣੇ। ਅਸਚਰਜ ਇਹ ਹੈ ਕਿ ਇੱਕ ਸਿੱਖ ਦੇ ਜੀਵਨ ਨੇ ਦੇਵੀ ਦੇ ਉਪਾਸ਼ਕ ਨੂੰ ਗੁਰੂ ਬਣਾ ਦਿੱਤਾ। ਇਵੇਂ ਹੀ ਗੁਰੂ ਅਮਰਦਾਸ ਜੀ ਮਹਾਰਾਜ ਅਤੇ ਗੁਰੂ ਰਾਮਦਾਸ ਜੀ ਮਹਾਰਾਜ ਵੀ ਸਿੱਖੀ ਜੀਵਨ ਤੋਂ ਪ੍ਰਭਾਵਿਤ ਹੋ ਕੇ ਤੀਸਰੇ ਤੇ ਚੌਥੇ ਗੁਰੂ ਨਾਨਕ ਬਣੇ। ਪੰਜਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਮੁਸਲਮਾਨਾਂ ਦੇ ਕਈ ਵੱਡੇ ਫਕੀਰ ਸਾਈਂ, ਜਿਨ੍ਹਾਂ ਦੇ ਵਿੱਚ ਸਾਈਂ ਮੀਆਂ ਮੀਰ ਜੀ, ਸਿੱਖੀ ਜੀਵਨ ਨੂੰ ਵੇਖ ਕੇ ਗੁਰੂ ਸਾਹਿਬ ਦੇ ਅਨੰਤ ਸ਼ਰਧਾਲੂ ਬਣੇ। ਇਹਨਾਂ ਨੂੰ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਰੱਖਣ ਲਈ ਬੇਨਤੀ ਵੀ ਕੀਤੀ ਤੇ ਉਹਨਾਂ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦਾ ਜਿਹੜਾ ਹੈ ਨੀਂਹ ਪੱਥਰ ਵੀ ਰੱਖਿਆ। ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਥਾਪਨਾ ਕਰਨ ਸਮੇਂ ਸਿੱਖ ਗੁਰੂਆਂ ਤੋਂ ਇਲਾਵਾ ਮੁਸਲਿਮ ਪੀਰ ਫਕੀਰਾਂ, ਹਿੰਦੂ ਭਗਤਾਂ, ਬ੍ਰਾਹਮਣਾਂ, ਰਾਜਪੂਤ ਤੇ ਜਿਹੜੇ ਕਿ ਅਖੌਤੀ ਸ਼ੂਦਰ ਸਮਝੇ ਜਾਂਦੇ ਸਨ, ਉਹਨਾਂ ਹੀ ਵੀ ਭਗਤਾਂ ਦੀ ਵੀ ਬਾਣੀ ਨੂੰ ਵੀ ਸ਼ਾਮਲ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਤੇ ਇਸ ਤਰ੍ਹਾਂ ਧਰਮ ਨਿਰਪੇਖਤਾ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਪਰ ਸਿੱਖ ਧਰਮ ਦੀ ਵਿਲੱਖਣਤਾ ਨੂੰ ਜਗ ਪ੍ਰਦਰਸ਼ਿਤ ਕਰ ਦਿੱਤਾ। ਅੱਜ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਦੇ ਹਾਂ ਤਾਂ ਨਾ ਕੇਵਲ ਸਿੱਖ ਗੁਰੂਆਂ ਦੀ ਬਾਣੀ ਨੂੰ, ਬਲਕਿ ਸਾਰੇ ਹੀ ਭਗਤਾਂ, ਭਾਵੇਂ ਕਿ ਉਹ ਮੁਸਲਮਾਨ ਬੈਕਗਰਾਊਂਡ ਤੋਂ ਨੇ, ਬ੍ਰਾਹਮਣ ਨੇ ਜਾਂ ਅਖੌਤੀ ਸ਼ੂਦਰ ਉਹਨਾਂ ਨੂੰ ਗਿਣਿਆ ਜਾਂਦਾ ਸੀ, ਉਹਨਾਂ ਦੀ ਵੀ ਬਾਣੀ ਨੂੰ ਮੱਥਾ ਟੇਕਦੇ ਹਾਂ, ਕਿਉਂਕਿ ਸਿੱਖ ਧਰਮ ਦੱਸਦਾ ਹੈ ਕਿ ਸਾਰੀ ਬਾਣੀ ਅਕਾਲ ਪੁਰਖ ਤੋਂ ਹੀ ਆਈ ਹੈ। ਇਸੇ ਪ੍ਰਕਾਰ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਮੁਸਲਮਾਨ ਇੱਕ ਯਤੀਮ ਬੱਚੇ ਨੂੰ ਪਾਲਿਆ, ਜਿਸ ਦਾ ਨਾਂ ਪੈਂਦੇ ਖਾਂ ਸੀ। ਉਸ ਨੂੰ ਆਪਣੀ ਫੌਜ ਦੇ ਵਿੱਚ ਵੱਡਾ ਜਰਨੈਲ ਵੀ ਬਣਾਇਆ, ਪਰ ਕਦੇ ਉਸ ਨੂੰ ਇਸਲਾਮ ਛੱਡ ਕੇ ਸਿੱਖ ਹੋ ਜਾਣ ਲਈ ਕਿਸੇ ਕਿਸਮ ਦਾ ਲਾਲਚ ਦੇ ਕੇ ਪ੍ਰੇਰਿਆ ਨਹੀਂ ਤੇ ਨਾ ਹੀ ਕੋਈ ਜ਼ੋਰ ਜ਼ਬਰ ਕੀਤਾ ਕਿ ਕੋਈ ਜਿਹੜਾ ਮੁਸਲਮਾਨ ਹੈ ਜਾਂ ਹਿੰਦੂ ਹੈ ਉਹ ਸਿੱਖ ਬਣੇ। ਗੁਰੂ ਸਾਹਿਬ ਨੇ ਜਦੋਂ ਸ੍ਰੀ ਹਰਗੋਬਿੰਦਪੁਰ ਸ਼ਹਿਰ ਵਸਾਇਆ, ਜਿੱਥੇ ਸਿੱਖਾਂ ਵਾਸਤੇ ਗੁਰਦੁਆਰੇ ਦਾ ਨਿਰਮਾਣ ਕੀਤਾ, ਉਸੇ ਸਮੇਂ ਮੁਸਲਮਾਨ ਸ਼ਰਧਾਲੂਆਂ ਲਈ ਵੀ ਮਸਜਿਦ ਬਣਾਈ, ਜਿਹੜੀ ਕਿ ਅੱਜ ਤੱਕ ਉਸ ਸ਼ਹਿਰ ਦੇ ਵਿੱਚ ਮੌਜੂਦ ਹੈ, ਜਿਸ ਨੂੰ ਦੇਖਿਆ ਜਾ ਸਕਦਾ ਹੈ, ਤਾਂ ਕਿ ਉਹ ਆਪਣੀ ਮਜ਼ਹਬ ਦੇ ਮੁਤਾਬਕ ਆਪਣੇ ਅੱਲਾਹ ਤਾਲਾ ਦੀ ਸੱਚੇ ਦਿਲ ਤੋਂ ਇਬਾਦਤ ਕਰ ਸਕਣ। ਗੁਰੂ ਸਾਹਿਬ ਨੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਲਾਹੀ ਮਾਰਗ ਦਾ ਉਪਦੇਸ਼ ਤਾਂ ਦਿੱਤਾ, ਪਰੰਤੂ ਸਿੱਖ ਬਣਨ ਵਾਸਤੇ ਕਿਸੇ ਤਰ੍ਹਾਂ ਦਾ ਕਿਸੇ ਕਿਸਮ ਦਾ ਲਾਲਚ ਜਾਂ ਉਹਨਾਂ ਦੇ ਉੱਤੇ ਜ਼ੋਰ ਨਹੀਂ ਪਾਇਆ।
ਇਸੇ ਪ੍ਰਕਾਰ ਸੱਤਵੇਂ ਗੁਰੂ ਹਰਿ ਰਾਏ ਜੀ ਨੇ ਅਧਿਆਤਮਕ ਉਪਦੇਸ਼ ਦਿੰਦੇ ਹੋਏ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਲਈ ਸਾਂਝਾ ਮੁਫਤ ਹਸਪਤਾਲ ਚਲਾਇਆ। ਆਪ ਜੀ ਨੇ ਬਾਦਸ਼ਾਹ ਸ਼ਾਹਜਹਾਂ ਦੇ ਮਰਦੇ ਹੋਏ ਲੜਕੇ ਦਾਰਾ ਸ਼ਿਕੋਹ ਨੂੰ ਆਪਣੇ ਹਸਪਤਾਲ ਤੋਂ ਦਵਾਈ ਭੇਜ ਕੇ ਉਸ ਦੀ ਜਾਨ ਬਚਾਈ। ਪਰ ਸਿੱਖ ਬਣਨ ਲਈ ਕਿਸੇ ਨੂੰ ਵੀ ਜ਼ੋਰ ਜ਼ਬਰਦਸਤੀ ਜਾਂ ਲਾਲਚ ਨਹੀਂ ਦਿੱਤੇ ਗਏ। ਇਸੇ ਤਰ੍ਹਾਂ 8ਵੀਂ ਪਾਤਸ਼ਾਹੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਵੀ ਦਿੱਲੀ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੱਚ ਦੇ ਮਾਰਗ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਤੇ ਚੇਚਕ ਵਰਗੀ ਭਿਆਨਕ ਬਿਮਾਰੀ ਤੋਂ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਨੂੰ ਬਚਾਇਆ। ਇਸ ਦੌਰਾਨ ਗੁਰੂ ਸਾਹਿਬ ਜੀ ਦੇ ਜੀਵਨ ਤੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਸੁਤੇ ਸਿੱਧ ਹੀ ਰਾਜਾ ਜੈ ਸਿੰਘ, ਔਰੰਗਜ਼ੇਬ ਦੇ ਛੋਟੇ ਲੜਕੇ ਤੇ ਦਿੱਲੀ ਦੇ ਲੋਕ ਸਿੱਖੀ ਦਾ ਉਪਦੇਸ਼ ਕਮਾਉਣ ਲੱਗ ਪਏ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਤਾਂ ਪਰਉਪਕਾਰ ਦੀ ਸਿਖਰ ਹੀ ਛੋਹ ਲਈ। ਆਪ ਜੀ ਨੇ ਹਿੰਦੂ ਪੰਡਤਾਂ ਨੂੰ ਮੁਸਲਿਮ ਹਕੂਮਤ ਦੀ ਜ਼ੋਰ ਜ਼ਬਰਦਸਤੀ ਤੇ ਧਰਮ ਪਰਿਵਰਤਨ ਤੋਂ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ, ਜਿਸ ਕਾਰਨ ਆਪ ਜੀ ਨੇ ਨੂੰ ਤਿਲਕ ਜੰਜੂ ਦਾ ਰਾਖਾ ਵੀ ਕਿਹਾ ਜਾਂਦਾ ਹੈ। ਔਰੰਗਜ਼ੇਬ ਤੋਂ ਪੁੱਛਣ ਤੇ ਕਿ ਹਿੰਦੂਆਂ ਲਈ ਤੁਹਾਨੂੰ ਕੁਰਬਾਨ ਹੋਣ ਦੀ ਕੀ ਲੋੜ ਹੈ, ਆਪ ਜੀ ਦਾ ਜਵਾਬ ਸੀ, ਹੇ ਔਰੰਗਜ਼ੇਬ, ਜੇ ਮੁਸਲਮਾਨਾਂ ਤੇ ਵੀ ਇਸ ਤਰ੍ਹਾਂ ਦਾ ਮਜ਼ਹਬ ਪਰਿਵਰਤਨ ਦਾ ਜ਼ੁਲਮ ਹੁੰਦਾ ਤੇ ਮੈਂ ਤਾਂ ਉਹਨਾਂ ਲਈ ਵੀ ਆਪਣੀ ਜਾਨ ਕੁਰਬਾਨ ਕਰ ਦਿੰਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸੇ ਪਰੰਪਰਾ ਨੂੰ ਕਾਇਮ ਰੱਖਿਆ। ਆਪ ਜੀ ਸ਼ਾਸਤਰਾਂ ਦੇ ਧਨੀ ਤੇ ਸੂਰਵੀਰ ਯੋਧਿਆਂ ਦੀ ਫੌਜ ਦੇ ਮਾਲਕ ਸਨ। ਆਪ ਜੀ ਨੇ ਅਨੇਕਾਂ ਲੜਾਈਆਂ ਲੜੀਆਂ ਤੇ ਜਿੱਤੀਆਂ, ਪਰੰਤੂ ਕਦੇ ਕਿਸੇ ਦੀ ਰੱਤੀ ਭਰ ਵੀ ਇਲਾਕੇ ਤੇ ਰਾਜ ਤੇ ਕਬਜ਼ਾ ਨਹੀਂ ਕੀਤਾ ਤੇ ਨਾ ਹੀ ਦੁਨਿਆਵੀ ਰਾਜ ਕਾਇਮ ਕੀਤਾ। ਮੁਸਲਮਾਨਾਂ ਦੇ ਉੱਘੇ ਪੀਰ ਬੁੱਧੂ ਸ਼ਾਹ, ਸੈਯਦ ਬੇਗ ਤੇ ਸੈਦ ਖਾਂ ਵਰਗੇ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਦੇ ਕਈ ਜਰਨੈਲ ਆਪ ਜੀ ਦੀ ਲੜਾਈ ਦੇ ਵਿੱਚ ਮਦਦ ਕਰਦੇ ਰਹੇ। ਗੁਰੂ ਸਾਹਿਬ ਦੇ ਅਨੰਨ ਸ਼ਰਧਾਲੂ ਬਣ ਜਾਣ ਤੇ ਉਹਨਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਉਹਨਾਂ ਦਾ ਇਲਾਹੀ ਉਪਦੇਸ਼ ਕਮਾਉਂਦੇ ਰਹੇ। ਗੁਰੂ ਸਾਹਿਬ ਨੇ ਕਦੇ ਉਹਨਾਂ ਨੂੰ ਸਿੱਖ ਬਣਨ ਵਾਸਤੇ ਹਦਾਇਤ ਨਹੀਂ ਕੀਤੀ, ਪਰ ਫਿਰ ਵੀ ਭਾਰਤ ਦੇਸ਼ ਦੀ ਲੋਕਾਈ ਨੇ ਗੁਰੂ ਸਾਹਿਬ ਦੇ ਉਪਦੇਸ਼ ਤੇ ਉਹਨਾਂ ਦੇ ਸਿੱਖਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਨੂੰ ਅਪਣਾਇਆ। ਗੁਰੂ ਸਾਹਿਬ ਦੇ ਅਨੰਨ ਸੇਵਕ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਵੀ ਗੁਰੂ ਸਾਹਿਬ ਦਾ ਉਪਦੇਸ਼ ਕਮਾਉਂਦੇ ਹੋਏ ਜ਼ਾਲਮਾਂ ਦੇ ਵਿਰੁੱਧ ਲੜਾਈਆਂ ਲੜੀਆਂ ਅਤੇ ਰਾਜ ਭਾਗ ਕਾਇਮ ਕੀਤਾ, ਜਿਸ ਵਿੱਚ ਬਗੈਰ ਕਿਸੇ ਜਾਤ-ਪਾਤ ਜਾਂ ਮਜ਼ਹਬ ਦੇ ਵਿਤਕਰੇ ਦੇ ਗਰੀਬ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਇਲਾਹੀ ਸਮਾਜਵਾਦ ਦੀ ਨੀਂਹ ਰੱਖੀ। ਪਰ ਸਿੱਖ ਧਰਮ ਦੇ ਪਸਾਰ ਲਈ ਕਿਸੇ ਵਿਅਕਤੀ ਜਾਂ ਮਜ਼ਹਬ ਉੱਤੇ ਜ਼ੋਰ ਜ਼ੁਲਮ ਨਹੀਂ ਕੀਤਾ ਤੇ ਨਾ ਹੀ ਕੋਈ ਦੁਨਿਆਵੀ ਲਾਲਚ ਦਿੱਤੇ। ਲੋਕਾਈ ਸਿੱਖਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਨੂੰ ਅਪਣਾਉਂਦੀ ਰਹੀ, ਜਿਸ ਦੀ ਇੱਕ ਅਦੁੱਤੀ ਮਿਸਾਲ ਵਰਣਨਯੋਗ ਹੈ। ਮੁਗਲ ਬਾਦਸ਼ਾਹ ਦਾ ਹੁਕਮ ਸੀ ਕਿ ਜਿੱਥੇ ਵੀ ਸਿੱਖ ਮਿਲਣ ਕਤਲ ਕਰ ਦਿੱਤੇ ਜਾਣ। ਇਹਦੇ ਤਹਿਤ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਉਸ ਦੇ ਸਿੱਖ ਸਿਪਾਹੀਆਂ ਨੂੰ ਜਦੋਂ ਜ਼ਾਲਮ ਹਕੂਮਤ ਕੈਦ ਕਰਕੇ ਦਿੱਲੀ ਲੈ ਜਾ ਰਹੀ ਸੀ, ਇੱਕ ਜਵਾਨ ਹਿੰਦੂ ਲੜਕੇ ਨੇ ਸਿੱਖਾਂ ਦੇ ਨਾਲ ਸ਼ਹੀਦ ਹੋਣ ਵਾਸਤੇ ਆਪਣੇ ਆਪ ਨੂੰ ਕੈਦ ਕਰਵਾ ਲਿਆ। ਉਸ ਦੀ ਮਾਂ ਨੇ ਬਾਦਸ਼ਾਹ ਅੱਗੇ ਫਰਿਆਦ ਕੀਤੀ ਕਿ ਮੇਰਾ ਲੜਕਾ ਹਿੰਦੂ ਹੈ, ਖੁਦਾ ਦੇ ਵਾਸਤੇ ਇਸ ਨੂੰ ਰਿਹਾ ਕਰ ਦੇਵੋ। ਮੁਗਲ ਬਾਦਸ਼ਾਹ ਨੇ ਪੁਕਾਰ ਕਬੂਲਦੇ ਹੋਏ ਲੜਕੇ ਦੀ ਰਿਹਾਈ ਦਾ ਹੁਕਮ ਦੇ ਦਿੱਤਾ। ਇਸ ਤੇ ਲੜਕੇ ਨੇ ਕਿਹਾ ਕਿ ਮੈਂ ਸਿੱਖ ਹਾਂ, ਇਹ ਝੂਠ ਬੋਲਦੀ ਹੈ ਤੇ ਇਹ ਮੇਰੀ ਮਾਂ ਵੀ ਨਹੀਂ। ਮੈਂ ਆਪਣੇ ਸਿੱਖ ਭਰਾਵਾਂ ਦੇ ਨਾਲ ਸ਼ਹੀਦੀ ਪਾ ਕੇ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਣਾ ਹੈ। ਆਖਰ ਇਹ ਨੌਜਵਾਨ ਬੱਚਾ ਫਤਿਹ ਗਜਾਉਂਦਾ ਹੋਇਆ ਆਪਣੇ ਸਿੱਖ ਭਰਾਵਾਂ ਦੇ ਨਾਲ ਸ਼ਹੀਦ ਹੋ ਗਿਆ। ਭਾਵ ਸਾਫ਼ ਹੈ ਕਿ ਸਿੱਖੀ ਦਾ ਪ੍ਰਭਾਵ ਇੰਨਾ ਸੀ ਕਿ ਲੋਕਾਈ ਮੌਤ ਦਾ ਡਰ ਹੁੰਦੇ ਹੋਏ ਵੀ ਸਿੱਖੀ ਨੂੰ ਅਪਣਾਉਂਦੀ ਰਹੀ। ਇਸੇ ਪ੍ਰਕਾਰ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਸਮੇਂ ਵੀ ਇਹ ਪਰੰਪਰਾ ਕਾਇਮ ਰਹੀ ਕਿ ਕਿਸੇ ਨੂੰ ਸਿੱਖ ਬਣਨ ਲਈ ਲਾਲਚ, ਜ਼ੋਰ ਜ਼ਬਰਦਸਤੀ ਜਾਂ ਸਖਤੀ ਨਹੀਂ ਕੀਤੀ ਗਈ।
ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਤੇ ਕਈ ਉੱਚ ਦਰਜੇ ਦੇ ਅਹਿਲਕਾਰ ਤੇ ਵਜ਼ੀਰ ਮੁਸਲਮਾਨ ਸਨ। ਆਪ ਜੀ ਦੇ ਰਾਜ ਦੇ ਵਿੱਚ ਕਿੰਨੇ ਵੀ ਵੱਡੇ ਗੁਨਾਹ ਅਥਵਾ ਕਤਲ ਵਰਗੇ ਸੰਗੀਨ ਜੁਰਮ ਦੇ ਲਈ ਵੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ ਜਾਂਦੀ। ਸੰਸਾਰ ਭਰ ਵਿੱਚ ਸਿੱਖੀ ਦੀ ਵਿਲੱਖਣਤਾ ਦੀ ਇਹ ਜਿਉਂਦੀ ਜਾਗਦੀ ਮਿਸਾਲ ਦਰਸਾਉਂਦੀ ਹੈ ਕਿ ਸਿੱਖ ਕਿੰਨੇ ਦਿਆਲੂ ਤੇ ਕਿਰਪਾਲੂ ਨੇ। ਜੇ ਸਿੱਖ ਧਰਮ ਨੂੰ ਕੋਈ ਗਹਿਰਾਈ ਦੇ ਨਾਲ ਖੋਜੇ ਤਾਂ ਉਹ ਇਸ ਨਤੀਜੇ ਤੇ ਪਹੁੰਚੇਗਾ ਕਿ ਇਹ ਸਾਰੀ ਮਾਨਵਤਾ ਦਾ ਧਰਮ ਹੈ। ਪਾਵਨ ਗੁਰਬਾਣੀ ਦੇ ਵਿੱਚ ਕਈ ਐਸੇ ਪ੍ਰਮਾਣ ਆਉਂਦੇ ਨੇ ਜਿੱਥੇ ਗੁਰੂ ਸਾਹਿਬ ਨੇ ਹੋਰ ਧਰਮਾਂ ਦੇ ਅਨੁਯਾਈਆਂ ਨੂੰ ਸਿੱਖ ਧਰਮ ਅਪਣਾਉਣ ਦਾ ਕਦੇ ਉਪਦੇਸ਼ ਨਹੀਂ ਦਿੱਤਾ, ਬਲਕਿ ਉਹਨਾਂ ਨੂੰ ਸਮਝਾਇਆ ਕਿ ਉਹਨਾਂ ਦੇ ਧਰਮ ਤੇ ਉਹ ਆਪਣੇ ਧਰਮ ਤੇ ਇਮਾਨਦਾਰੀ ਨਾਲ ਚੱਲਦੇ ਹੋਏ ਸੱਚ ਦਾ ਉਪਦੇਸ਼ ਕਮਾਉਣ ਤੇ ਸੱਚੇ ਸੁੱਚੇ ਸੰਨਿਆਸੀ, ਪੰਡਤ, ਬ੍ਰਾਹਮਣ, ਵੈਸ਼ਨੂ, ਜੋਗੀ, ਮੁਸਲਮਾਨ, ਮੁੱਲਾ, ਕਾਜੀ, ਸੇਖ ਤੇ ਹਾਜੀ ਬਣ ਸਕਦੇ ਨੇ। ਤੇ ਇੱਥੇ ਬਾਬਾ ਜੀ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਜਿਹੜੇ ਵੱਖਰੇ ਵੱਖਰੇ ਇਹਨਾਂ ਲੋਕਾਂ ਨੂੰ ਉਪਦੇਸ਼ ਨੇ ਉਹਨਾਂ ਬਾਰੇ ਸਾਡਾ ਧਿਆਨ ਦਿਵਾਉਂਦੇ ਨੇ। ਪਹਿਲਾਂ ਸੰਨਿਆਸੀ ਨੂੰ ਉਪਦੇਸ਼ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਦੇਸ਼ ਦਿੰਦੇ ਨੇ, ਸੋ ਸੰਨਿਆਸੀ ਜੋ ਸਤਿਗੁਰ ਸੇਵੈ ਵਿੱਚੋਂ ਆਪ ਗਵਾਏ। ਇਸੇ ਤਰ੍ਹਾਂ ਪੰਡਤ ਨੂੰ ਉਪਦੇਸ਼ ਹੈ, ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮਹਿਸੁੱਧ ਹੈ। ਬ੍ਰਾਹਮਣ ਨੂੰ ਉਪਦੇਸ਼ ਹੈ, ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ। ਵੈਸ਼ਨੋ ਨੂੰ ਉਪਦੇਸ਼ ਹੈ, ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ, ਬਿਸ਼ਨ ਕੀ ਮਾਇਆ ਤੇ ਹੋਏ ਪੈਨ। ਤੇ ਜੋਗੀ ਨੂੰ ਉਪਦੇਸ਼ ਹੈ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਤੇ ਮੁਸਲਮਾਨ ਨੂੰ ਉਪਦੇਸ਼ ਹੈ, ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੈ। ਮੁੱਲਾ ਨੂੰ ਉਪਦੇਸ਼ ਹੈ, ਸੋ ਮੁੱਲਾ ਜੋ ਮਨ ਸਿਉ ਲਰੈ, ਗੁਰ ਉਪਦੇਸ਼ ਕਾਲ ਸਿਉ ਜੁਰੈ। ਕਾਜੀ ਨੂੰ ਉਪਦੇਸ਼ ਹੈ, ਸੱਚ ਕਮਾਵੇ ਸੋਈ ਕਾਜੀ। ਸੇਖ ਨੂੰ ਉਪਦੇਸ਼ ਹੈ, ਸੋਈ ਸੇਖ ਮਸਾਇਕ ਹਾਜੀ। ਸੋ ਬੰਦਾ ਜਿਸ ਨਜ਼ਰ ਨਰਾ। ਹਾਜੀ ਨੂੰ ਉਪਦੇਸ਼ ਹੈ, ਜੋ ਦਿਲ ਸੁੱਧ ਹੈ, ਸੋਈ ਹਾਜੀ। ਇਸ ਤਰ੍ਹਾਂ ਵੱਖਰੇ ਵੱਖਰੇ ਧਰਮਾਂ ਦੇ ਬੰਦਿਆਂ ਨੂੰ ਸਤਿਗੁਰੂ ਜੀ ਨੇ ਉਪਦੇਸ਼ ਤਾਂ ਦਿੱਤਾ, ਪਰ ਕਿਸੇ ਨੂੰ ਇਹ ਨਹੀਂ ਕਿਹਾ ਤੁਸੀਂ ਆਪਣਾ ਧਰਮ ਛੱਡੋ ਤੇ ਸਾਡੇ ਸਿੱਖੀ ਦੇ ਵਿੱਚ ਆਓ। ਭਾਵ ਕਿ ਗੁਰੂ ਸਾਹਿਬਾਨ ਨੇ ਤੇ ਸਿੱਖਾਂ ਨੇ ਇਹੀ ਸਾਡੀ ਫਿਲਾਸਫੀ ਹੈ ਕਿ ਅਸੀਂ ਦੂਸਰੇ ਧਰਮਾਂ ਦਾ ਵੀ ਆਦਰ ਕਰਦੇ ਹਾਂ ਅਤੇ ਦੂਸਰੇ ਧਰਮਾਂ ਨੂੰ ਇੱਕੋ ਹੀ ਮੰਜ਼ਿਲ ਤੇ ਪਹੁੰਚਣ ਦੇ ਵੱਖ-ਵੱਖ ਰਸਤੇ ਅਸੀਂ ਸਵੀਕਾਰ ਕਰਦੇ ਹਾਂ। ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। ਐਸੀ ਪ੍ਰੀਤ ਕਰੋ, ਐਸੀ ਪ੍ਰੀਤ ਕਰੋ, ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਪ੍ਰੀਤ ਕਰੋ ਮਨ ਮੇਰੇ, ਐਸੀ ਪ੍ਰੀਤ ਕਰੋ, ਐਸੀ ਪ੍ਰੀਤ
मन में सिंचो हर हर नाम, मन में सिंचो हर हर नाम, मन में सिंचो हर हर नाम, मन में सिंचो हर हर नाम। अंतिम कीर्तन हर गुण गाम, अंतिम कीर्तन हर गुण गाम। ऐसी प्रीत करो, ऐसी प्रीत करो, ऐसी प्रीत करो मन मेरे, ऐसी प्रीत करो मन मेरे, ऐसी प्रीत करो, ऐसी प्रीत करो, ऐसी प्रीत करो मन मेरे, ऐसी प्रीत करो मन मेरे। कहो नानक जाके निर्मल भाग, कहो नानक जाके निर्मल भाग, कहो नानक जाके निर्मल भाग, कहो नानक जाके निर्मल भाग। हर चरणी का मन लाग, हर चरणी का मन लाग। ऐसी प्रीत करो, ऐसी प्रीत करो, ऐसी प्रीत करो मन मेरे, ऐसी प्रीत करो मन मेरे, ऐसी प्रीत करो, ऐसी प्रीत करो, ऐसी प्रीत करो मन मेरे, ऐसी प्रीत करो मन मेरे। मन में सिंचो हर हर नाम, मन में सिंचो हर हर नाम, मन में सिंचो हर हर नाम, मन में सिंचो हर हर नाम। अंतिम कीर्तन हर गुण गाम, अंतिम कीर्तन हर गुण गाम। ऐसी प्रीत करो, ऐसी प्रीत करो, ऐसी प्रीत करो मन मेरे, ऐसी प्रीत करो मन मेरे, ऐसी प्रीत करो, ऐसी प्रीत करो, ऐसी प्रीत करो मन मेरे, ऐसी प्रीत करो मन मेरे। आठ पहर प्रभ जानो मेरे, आठ पहर प्रभ जानो मेरे, आठ पहर प्रभ जानो मेरे, आठ पहर
जानो मेरे, ऐसी प्रीत करो मन मेरे, ऐसी प्रीत करो मन मेरे, ऐसी प्रीत करो, ऐसी प्रीत करो, ऐसी प्रीत करो मन मेरे, ऐसी प्रीत करो मन मेरे, प्रीत करो, ऐसी प्रीत करो, प्रीत करो, ऐसी 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 प्रीत करो, प्रीत करो, ऐसी प्रीत करो, प्रीत करो, ऐसी प्रीत करो, मच्छी दे परिवार वांग जीवन मरना विसरे पानी, जो परिवार पतंग दा दीपक बाजना होर सुजानी, प्रीत करो, ऐसी प्रीत करो, 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 ऐसी प्रीत करो, ऐसी प्रीत करो, ऐसी प्रीत करो मन मेरे, ऐसी प्रीत करो मन मेरे, ऐसी प्रीत करो मन मेरे। ਹਾਂਜੀ, ਇਹ ਆਵਾਜ਼ ਸੀ ਭਾਈ ਸਰਬਜੀਤ ਸਿੰਘ ਜੀ ਦੀ ਤੇ ਉਹਨਾਂ ਦੇ ਜਥੇ ਦੀ। ਤੇ ਆਓ ਚੱਲਦੇ ਹਾਂ ਕੁਝ ਹੋਰ ਵਿਚਾਰਾਂ ਜਿਹੜੀਆਂ ਨੇ ਉਹ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ। ਅਗਲੀ ਜਿਹੜੀ ਵਿਚਾਰ ਹੈ ਉਹ ਬਾਬਾ ਇਕਬਾਲ ਸਿੰਘ ਜੀ ਹੋਰਾਂ ਨੇ ਲਿਖੀ ਹੈ ਗੁਰੂ ਤੇ ਗੁਰੂ ਸ਼ਬਦ ਬਾਰੇ। ਪਹਿਲਾਂ ਗੁਰੂ ਜਾਂ ਸਤਿਗੁਰੂ ਬਾਰੇ ਆਪ ਜੀ ਲਿਖਦੇ ਨੇ ਕਿ ਗੁਰੂ ਸ਼ਬਦਿਕ ਅਰਥ ਨੇ ਗੂ ਭਾਵ ਕਿ ਹਨੇਰਾ ਤੇ ਰੂ ਦਾ ਮਤਲਬ ਹੈ ਦੂਰ ਕਰਨ ਵਾਲਾ, ਅਰਥਾਤ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਗੁਰੂ ਹੈ। ਗੁਰਮਤਿ ਦੇ ਵਿੱਚ ਗੁਰੂ ਪਦ ਅਕਾਲ ਪੁਰਖ ਦੇ ਲਈ ਵੀ ਵਰਤਿਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੌਪਈ ਸਾਹਿਬ ਦੇ ਵਿੱਚ ਦੱਸਦੇ ਨੇ ਕਿ ਸ੍ਰਿਸ਼ਟੀ ਦੇ ਸਿਰਜਣ ਕਾਲ ਤੋਂ ਪਹਿਲਾਂ ਤੇ ਇਸ ਦੇ ਖਹਿ ਹੋ ਜਾਣ ਦੇ ਬਾਅਦ ਵੀ ਜੋ ਅਵਿਨਾਸੀ, ਸਥਿਰ ਅਥਵਾ ਅਟਲ ਹੈ ਉਹ ਸਭ ਦਾ ਗੁਰੂ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੌਪਈ ਸਾਹਿਬ ਦੇ ਵਿੱਚ ਫਰਮਾਉਂਦੇ ਨੇ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ। ਉਹ ਪ੍ਰਭੂ ਦੇ ਗੁਰੂ ਰੂਪ ਹੋ ਕੇ ਆਪਣੇ ਉਪਦੇਸ਼ ਦੇ ਨਾਲ ਸਾਡੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਉਹ ਪ੍ਰਭੂ ਜਿਹੜਾ ਹੈ ਉਹ ਗੁਰੂ ਰੂਪ ਹੋ ਕੇ ਸਾਨੂੰ ਉਪਦੇਸ਼ ਦਿੰਦਾ ਹੈ ਤੇ ਸਾਡੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਜਿਸ ਇਨਸਾਨ ਅੰਦਰ ਹਉਮੈ ਦਾ ਉੱਕਾ ਹੀ ਨਾਸ ਹੋ ਜਾਂਦਾ ਹੈ, ਉਸ ਦੇ ਹਰਮੰਦਰ ਰੂਪੀ ਸਰੀਰ ਦੇ ਵਿੱਚ ਕੇਵਲ ਬ੍ਰਹਮ ਅਕਾਲ ਪੁਰਖ ਦਾ ਹੀ ਵਾਸਾ ਹੁੰਦਾ ਹੈ।
ਤਾਂ ਉਹ ਗੁਰੂ ਰੂਪ ਹੋ ਕੇ ਇਨਸਾਨੀ ਜੀਵਾਂ ਨੂੰ ਅਧਿਆਤਮਕ ਮਾਰਗ ਤੇ ਚੱਲਣ ਦਾ ਉਪਦੇਸ਼ ਦਿੰਦਾ ਹੈ। ਵਾਸਤਵ ਵਿੱਚ ਇਹੋ ਹੀ ਗੁਰੂ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਉਹੀ ਸ਼ਬਦ ਗੁਰੂ ਵਸ ਰਿਹਾ ਹੈ, ਜਿਸ ਦਾ ਅਸੀਂ ਪ੍ਰਭੂ ਮਿਲਾਪ ਦੇ ਲਈ ਉਪਦੇਸ਼ ਕਮਾਉਣਾ ਹੈ। ਗੁਰੂ ਜੋ ਵੀ ਬਚਨ ਅਥਵਾ ਬਾਣੀ ਉਚਾਰਦਾ ਹੈ, ਉਹ ਨਿਰੰਕਾਰ ਦਾ ਫਰਮਾਨ ਹੈ ਤੇ ਗੁਰੂ ਸ਼ਬਦ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 982 ਅੰਗ ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਭਾਵ ਕਿ ਗੁਰੂ ਦੀ ਬਾਣੀ ਹੀ ਸਿੱਖ ਦੀ ਗੁਰੂ ਹੈ ਤੇ ਗੁਰੂ ਬਾਣੀ ਦੇ ਵਿੱਚ ਆਪ ਬਿਰਾਜਮਾਨ ਹੈ, ਅਰਥਾਤ ਸ਼ਬਦ ਗੁਰੂ ਹੀ ਗੁਰੂ ਹੈ ਤੇ ਉਸ ਦੇ ਵਿੱਚ ਸਾਰੇ ਅੰਮ੍ਰਿਤ ਰੂਪੀ ਇਲਾਹੀ ਪਦਾਰਥ ਨੇ। ਜਦੋਂ ਕੈਲਾਸ਼ ਪਰਬਤ ਤੇ ਕਰਾਮਾਤੀ ਸਿੱਧ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਪਰ ਕਰਾਮਾਤਾਂ ਕਰ ਕਰਕੇ ਹਾਰ ਗਏ ਤਾਂ ਅਖੀਰ ਗੋਡੇ ਟੇਕ ਦਿੱਤੇ ਤੇ ਪ੍ਰਸ਼ਨ ਕੀਤਾ ਕਿ ਨਾਨਕ, ਤੇਰਾ ਗੁਰੂ ਕੌਣ ਹੈ ਤੇ ਜਿਸ ਦਾ ਤੂੰ ਚੇਲਾ ਹੈ? ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸਾਨੂੰ ਇਹ ਜਿਹੜਾ ਹੈ ਦੱਸਦੀ ਹੈ, ਕਵਣ ਤੇਰਾ ਕਵਣ ਗੁਰੂ ਜਿਸ ਦਾ ਤੂੰ ਚੇਲਾ। 942 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਉੱਤਰ ਵੀ ਦਰਜ ਹੈ ਕਿ ਮੇਰਾ ਗੁਰੂ ਸ਼ਬਦ ਹੈ ਤੇ ਮੇਰੀ ਸੁਰਤ ਉਸ ਦਾ ਚੇਲਾ ਭਾਵ ਕਿ ਸਿੱਖ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਨਾਸਵੰਤ ਹਸਤੀ ਅਥਵਾ ਦੇਹ, ਕਿਸੇ ਕਿਸਮ ਦੀ ਮੂਰਤੀ ਜਾਂ ਬੁੱਤ ਆਦਿਕ ਕਦੇ ਗੁਰੂ ਨਹੀਂ ਹੋ ਸਕਦੇ। ਸ਼ਬਦ ਗੁਰੂ ਜੋ ਅਵਿਨਾਸੀ ਹੈ ਤੇ ਹਰ ਇੱਕ ਜੀਵ ਦੇ ਵਿੱਚ ਰਮਿਆ ਹੋਇਆ ਹੈ, ਉਹ ਹੀ ਗੁਰੂ ਹੈ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਕੋਲੋਂ ਦੇਹਧਾਰੀ ਗੁਰੂ ਬਾਰੇ ਵਿਚਾਰ ਪੁੱਛਣ ਤੇ ਆਪ ਜੀ ਨੇ ਫਰਮਾਇਆ, ਦੇਹ ਨਾ ਅੱਜ ਤੱਕ ਗੁਰੂ ਹੋਈ ਹੈ ਤੇ ਨਾ ਹੀ ਕਦੇ ਹੋਵੇਗੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਦੇਹ ਵਿੱਚ ਵਿਚਰਦੇ ਸਨ ਤਾਂ ਹਮੇਸ਼ਾ ਸ਼ਬਦ ਗੁਰੂ ਦਾ ਹੀ ਉਪਦੇਸ਼ ਦਿੰਦੇ ਸਨ। ਇਹਨਾਂ ਵਿਚਾਰਾਂ ਤੋਂ ਸਿੱਧ ਹੁੰਦਾ ਹੈ ਕਿ ਇਨਸਾਨ ਨੂੰ ਅਧਿਆਤਮਕ ਮਾਰਗ ਤੇ ਚੱਲ ਕੇ ਪ੍ਰਭੂ ਵਿੱਚ ਲੀਨ ਹੋਣ ਲਈ ਗੁਰੂ ਦੀ ਅਗਵਾਈ ਤੇ ਉਸ ਦਾ ਉਪਦੇਸ਼ ਕਮਾਉਣਾ ਚਾਹੀਦਾ ਹੈ, ਜਿਸ ਬਾਰੇ ਗੁਰਬਾਣੀ ਦਾ ਫਰਮਾਨ ਹੈ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓਨ, ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 466 ਅੰਗ। ਜਿਸ ਇਨਸਾਨ ਦਾ ਕੋਈ ਗੁਰੂ ਨਹੀਂ, ਗੁਰਬਾਣੀ ਉਸ ਨੂੰ ਨਿਗੁਰਾ ਆਖਦੀ ਹੈ, ਜੋ ਕਿ ਬੰਜਰ ਧਰਤੀ ਦੇ ਸਮਾਨ ਹੈ, ਜਿਸ ਦੇ ਵਿੱਚ ਗੁਣਾਂ ਦੀ ਕੋਈ ਫਸਲ ਪੈਦਾ ਨਹੀਂ ਹੋ ਸਕਦੀ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਪੂਰੇ ਗੁਰੂ ਦੀ ਸ਼ਰਨ ਤੋਂ ਇਲਾਵਾ ਇਨਸਾਨ ਦਾ ਕੋਈ ਢੋਅ ਨਹੀਂ। ਗੁਰੂਹੀਣ ਮਨੁੱਖ ਕਰਾਹੇ ਪੈ ਜਾਂਦਾ ਹੈ ਤੇ ਹਮੇਸ਼ਾ ਖੱਜਲ ਖੁਆਰ ਹੁੰਦਾ ਹੈ। ਇਸ ਕਰਕੇ ਉਸ ਦਾ ਤਾਂ ਨਾਂ ਲੈਣਾ ਜਾਂ ਸੰਗਤ ਕਰਨੀ ਵੀ ਬੁਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 435 ਅੰਗ ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਸਤਿਗੁਰ ਵਾਜਹੁ ਗੁਰ ਨਹੀਂ ਕੋਈ, ਨਿਗੁਰੇ ਕਾਹੈ ਨਾਉ ਬੁਰਾ। ਨਾਮ ਦੇ ਨਾਲ ਸੰਬੰਧਿਤ ਵਿਚਾਰਾਂ ਜਿਹੜੀਆਂ ਬਾਬਾ ਜੀ ਲਿਖਦੇ ਨੇ ਉਹ ਇਸ ਤਰ੍ਹਾਂ ਨੇ ਕਿ ਨਾਮ ਅਰਥਾਤ ਸ਼ਬਦ ਗੁਰੂ ਪਰਮਾਤਮਾ ਨੂੰ ਸੰਬੋਧਨ ਕਰਨਾ ਹੈ, ਜੋ ਹਰ ਇੱਕ ਜੀਵ ਦੇ ਅੰਦਰ ਤੇ ਸ੍ਰਿਸ਼ਟੀ ਦੇ ਜਰੇ ਜਰੇ ਦੇ ਵਿੱਚ ਵਿਆਪਕ ਹੈ, ਭਾਵ ਕਿ ਉਹਦੇ ਵਿੱਚ ਰਮਿਆ ਹੋਇਆ ਹੈ, ਸਾਰੀ ਜਗ੍ਹਾ ਤੇ ਹੈ। ਇਨਸਾਨ ਦੀ ਸੁਰਤ ਨੇ ਉਸ ਦਾ ਚੇਲਾ, ਸੇਵਕ ਅਥਵਾ ਸਿੱਖ ਬਣ ਕੇ ਉਸ ਦੇ ਵਿੱਚ ਲੀਨ ਹੋਣਾ ਹੈ। ਆਮ ਤੌਰ ਤੇ ਨਾਮ ਸ਼ਬਦ ਕਿਸੇ ਜੀਵ, ਵਸਤੂ ਜਾਂ ਸਥਾਨ ਦੇ ਲਈ ਵਰਤਿਆ ਜਾਂਦਾ ਹੈ, ਪਰੰਤੂ ਗੁਰਬਾਣੀ ਦੇ ਵਿੱਚ ਨਾਮ ਸ਼ਬਦ ਪਰਮਾਤਮਾ ਦਾ ਵਾਚਕ ਹੈ। ਪ੍ਰਭੂ ਦੇ ਕਰਮ ਤੇ ਗੁਣ ਨਾਮ ਵਾਹਿਗੁਰੂ ਸਿਮਰਨ ਦੇ ਪ੍ਰਤੀਕ ਹਨ। ਪ੍ਰਭੂ ਦੇ ਬੇਅੰਤ ਗੁਣਾਂ ਦੀ ਉਸਤਤ ਜੀਵ ਦੇ ਲਈ ਨਾਮ ਸਿਮਰਨ ਬਣ ਜਾਂਦੀ ਹੈ।
ਜਿਸ ਵਸਤੂ ਦਾ ਆਕਾਰ ਜਾਂ ਸ਼ਕਲ ਹੋਵੇ ਉਸ ਦਾ ਨਾਮ ਵੀ ਹੁੰਦਾ ਹੈ। ਪ੍ਰਭੂ ਨਿਰਾਕਾਰ ਹੈ, ਇਸੇ ਕਰਕੇ ਸੰਸਾਰਕ ਤੌਰ ਤੇ ਉਸ ਦਾ ਕੋਈ ਨਾਮ ਨਹੀਂ। ਪਰੰਤੂ ਇਨਸਾਨ ਨੇ ਉਸ ਨੂੰ ਸਿਮਰਨ, ਉਸ ਨੂੰ ਯਾਦ ਕਰਨ ਦੇ ਲਈ ਉਸ ਦੇ ਇਲਾਹੀ ਗੁਣਾਂ ਤੇ ਕਰਮਾਂ ਅਨੁਸਾਰ ਉਹਦੇ ਨਾਂ ਰੱਖੇ ਹੋਏ ਨੇ। ਪ੍ਰਭੂ ਦੇ ਅਨੇਕ ਨਾਮ ਨੇ, ਰੂਪ ਨੇ ਤੇ ਗੁਣ ਨੇ ਜੋ ਬਿਆਨ ਨਹੀਂ ਕੀਤੇ ਜਾ ਸਕਦੇ। ਗੁਰਬਾਣੀ ਵਿੱਚ ਫਰਮਾਨ ਹੈ, ਤੇਰੇ ਨਾਮ ਅਨੇਕਾ, ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੀਤੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾਪ ਸਾਹਿਬ ਦੇ ਵਿੱਚ ਇਲਾਹੀ ਸ਼ਕਤੀ ਨੂੰ ਨਿਰਨਾਮੇ ਕਿਹਾ ਤੇ ਫਰਮਾਇਆ ਉਹ ਨਿਰਾਕਾਰ ਹੈ, ਉਸ ਦਾ ਕੋਈ ਸਰੂਪ, ਲੱਛਣ, ਵਰਨ ਜਾਂ ਜਾਤ ਪਾਤ ਨਹੀਂ। ਉਸ ਦਾ ਰੂਪ, ਰੰਗ, ਰੇਖ, ਪਹਿਰਾਵਾ ਵੀ ਕੋਈ ਨਹੀਂ ਦੱਸ ਸਕਦਾ। ਉਸ ਦਾ ਸਰੂਪ ਸਦਾ ਅਟਲ, ਅਨੁਭਵ ਪ੍ਰਕਾਸ਼ ਤੇ ਸਵੈ ਪ੍ਰਕਾਸ਼ ਅਥਵਾ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼ ਹੈ ਤੇ ਉਸ ਨੂੰ ਬੇਅੰਤ ਕਿਹਾ ਜਾਂਦਾ ਹੈ। ਉਹ ਕਰੋੜਾਂ ਦੇਵਤਿਆਂ ਦਾ ਵੱਡਾ ਮਾਲਕ ਦੇਵਤਾ ਹੈ ਤੇ ਸ਼ਾਹਾਂ ਦਾ ਪਾਤਸ਼ਾਹ ਮੰਨਿਆ ਜਾਂਦਾ ਹੈ। ਉਹ ਤਿੰਨੇ ਲੋਕਾਂ ਅਥਵਾ ਧਰਤੀ, ਆਕਾਸ਼, ਪਤਾਲ ਦਾ ਰਾਜਾ ਹੈ। ਸਾਰੇ ਜੀਵ ਅਥਵਾ ਦੇਵਤੇ, ਮਨੁੱਖ, ਅਗਿਆਨੀ ਅਤੇ ਸਾਰੀ ਵਨਸਪਤ ਉਸ ਨੂੰ ਬੇਅੰਤ ਬੇਅੰਤ ਕਹਿੰਦੀ ਹੈ। ਉਹਦੇ ਸਾਰੇ ਨਾਵਾਂ ਨੂੰ ਕੌਣ ਬਿਆਨ ਕਰ ਸਕਦਾ ਹੈ? ਸਿਆਣੇ ਪੁਰਸ਼ਾਂ ਨੇ ਉਸ ਦੇ ਕਰਮ ਜੋ ਰਜਾ 'ਚ ਹੁੰਦੇ ਨੇ ਅਨੁਭਵ ਕਰਕੇ ਉਸ ਦੇ ਨਾਮ ਰੱਖੇ ਨੇ। ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਪ ਸਾਹਿਬ ਦੇ ਵਿੱਚ ਫਰਮਾਉਂਦੇ ਨੇ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਭੇਖ ਕਉ ਕਹਿਤ ਨਾ ਸਕਤ ਕਹਿ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਇਣ ਸਾਹ ਸਹਾਨ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਵੰਤਰਨ ਕਹਿਤ, ਤਬ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ। ਗੁਰੂ ਸਾਹਿਬ ਅੱਗੇ ਫਰਮਾਉਂਦੇ ਨੇ ਕਿ ਹੇ ਪ੍ਰਭੂ, ਤੂੰ ਸਮਝ ਤੋਂ ਪਰੇ ਬੇਅੰਤ ਹੈ ਤੇ ਤੇਰਾ ਸਰਗਣ ਸਰੂਪ ਦਾ ਪਸਾਰਾ ਕੁਦਰਤ ਜੀਵ ਨੂੰ ਅਸਚਰਜ ਕਰ ਰਿਹਾ ਹੈ। ਤੂੰ ਅਸਚਰਜ, ਕੁਦਰਤ ਤੇਰੀ ਬਿਸਮਾ। ਅਰਥ ਵਿਚਾਰ ਕੇ ਪਤਾ ਲੱਗਦਾ ਹੈ ਕਿ ਜਿੰਨੇ ਪ੍ਰਮਾਤਮਾ ਦੇ ਨਾਮ ਹਨ ਉਹ ਈਸ਼ਵਰ ਦੀ ਕਿਸੇ ਨਾ ਕਿਸੇ ਤਰ੍ਹਾਂ ਦੀ ਸਿਫਤ ਦੇ ਵਾਚਕ ਨੇ। ਰਾਮ ਤੋਂ ਭਾਵ ਹੈ ਰਮਿਆ ਹੋਇਆ, ਹਰੀ ਦਾ ਭਾਵ ਹੈ ਪਾਪਾਂ ਨੂੰ ਦੂਰ ਕਰਕੇ ਮਨ ਨੂੰ ਹਰਿਆ ਕਰਨ ਵਾਲਾ, ਗੋਬਿੰਦ ਦਾ ਮਤਲਬ ਹੈ ਸ੍ਰੇਸ਼ਟੀ ਦਾ ਮਾਲਕ, ਰਹੀਮ ਦਾ ਮਤਲਬ ਹੈ ਰਹਿਮ ਕਰਨ ਵਾਲਾ ਅਧਿਆਤਕ। ਇਹ ਸਾਰੇ ਨਾਮ ਪਰਮਾਤਮਾ ਦੀ ਕਿਸੇ ਇੱਕ ਸਿਫਤ ਨੂੰ ਜਪਣ ਵਾਲੇ ਦੇ ਹਿਰਦੇ ਵਿੱਚ ਵਸਾਉਂਦੇ ਨੇ। ਪਰ ਜਿਸ ਵੇਲੇ ਸਿੱਖ ਪੂਰੇ ਪ੍ਰੇਮ ਦੇ ਨਾਲ ਵਾਹ ਸ਼ਬਦ ਉਚਾਰਦਾ ਹੈ ਤਾਂ ਤੂੰ ਅਸਚਰਜ ਹੈ, ਤੂੰ ਬੇਅੰਤ ਹੈ, ਸਿੱਖ ਦੇ ਹਿਰਦੇ ਵਿੱਚ ਆ ਵਸਦਾ ਹੈ ਤੇ ਇੱਕ ਖਾਸ ਬਿਸਮਾਦ ਰੰਗ ਦੇ ਵਿੱਚ ਸਾਰੀਆਂ ਸਿਫਤਾਂ ਦਾ ਪ੍ਰਭਾਵ ਰੋਮ ਰੋਮ ਦੇ ਵਿੱਚ ਰਮ ਜਾਂਦਾ ਹੈ। ਸੋ ਇਹ ਤਾਂ ਸਨ ਕੁਝ ਕੁ ਵਿਚਾਰਾਂ ਤੇ ਅਸੀਂ ਇੱਥੇ ਹੀ ਆਪ ਤੋਂ ਵਿਦਾਇਗੀ ਲੈਂਦੇ ਹਾਂ, ਕਿਉਂਕਿ ਸਮਾਂ ਹੋ ਗਿਆ ਹੈ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਯਾਚਨਾ ਕਰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਐਤਵਾਰ ਫਿਰ ਵਾਹਿਗੁਰੂ ਨੇ ਚਾਹਿਆ ਤੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ ਤੇ ਆਪਣਾ ਖਿਆਲ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਅਸੀਂ ਇਸ ਸ਼ਬਦ ਦੇ ਦੂਜੇ ਪਾਰ ਆਪ ਜੀ ਨੂੰ ਲੈ ਚਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ। मानस की
की जात सब एक पहचान वो, मानस की जात सब एक पहचान वो, मानस की जात सब एक पहचान वो। हिंदू तुर्क को राफजी इमाम शाफी, हिंदू तुर्क को राफजी इमाम शाफी, मानस की जात सब एक पहचान वो, 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 मानस की जात सब एक पहचान वो। करता करीम सोई राज़िक रहीम ओई, करता करीम सोई राज़िक रहीम ओई, दूसरो न पेद कोई कुल ब्रह्म मान वो, एक ही किसे सब ही को गुरुदेव एक, एक ही स्वरूप सब एक ज्योत जान वो, एक ही स्वरूप सब एक ज्योत जान वो, मानस की जात सब एक पहचान 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 वो, मानस की जात सब एक